तुम्हारे फोन के बाद इंटरव्यू नहीं होता। नामुमकिन को मुमकिन बनाने ही का तो दूसरा नाम राना है। नामुमकिन को मुमकिन बनाने ही का तो दूसरा नाम राना है। बिल्कुल मुझ फुट गबरू सी ज्यादा मेरे नाल जुड़िया। मेरा भी मन सी कि ये MC खड़े होण मेरी ताकत वधे। दीपक सलवान दी धर्म पत्नी ये साडे कैंडीडेट ने। नामुमकिन को मुमकिन बनाने ही का तो दूसरा नाम राना है। I just want to become vision of the leader. Now you in the full willpower. Yeah, that each and every work will be touched by us. मम्मा मेरे ਉਹਨਾਂ ਦਾ ਆਸ਼ੀਰਵਾਦ ਮੇਰੇ ਨਾਲ ਆ। नामुमकिन को मुमकिन बनाने ही का तो दूसरा नाम राना है। कांग्रेस को पक्का ये कहने की जरूरत ही नहीं है कुछ। वोट और सपोर्ट किन्नू जाएगी? वीना सलवान बेस्ट उम्मीदवार भी सिद्ध होगी। जरूर वोट फॉर पंजाब। नामुमकिन को मुमकिन बनाने ही का तो दूसरा नाम राना है। ਇਹਦਾ ਰਾਜ ਹੈ ਕਿ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ। ਉਹ ਹਿੰਦੀ ਚ ਕਹਿੰਦੇ ਖਿਸਿਆਈ ਬਿੱਲੀ ਖੰਭਾ ਨੋਚੇ। ਗੱਲ ਤੇ ਆਪਣੀ ਤੇ ਖੜਾ ਰਹਿਣਾ। ਮੈਨੂੰ ਇਸ ਗੱਲ ਦਾ ਐਡਵਾਂਟੇਜ ਮਿਲਿਆ ਸਾਰੀ ਉਮਰ। ਇੱਕ ਤਾਂ ਨਗਰ ਕੌਂਸਲ ਨੂੰ ਕਾਰਪੋਰੇਸ਼ਨ ਬਣਾਉਣਾ ਬੜੀ ਵੱਡੀ ਗੱਲ ਹੈ ਆਪਣੇ ਆਪ। नहीं कोई प्रेशर नहीं गा जी, खुशी नाल ही पाया है। इस वार्ड ਦੇ ਵਿੱਚ ਸਭ ਤੋਂ ਵੱਧ ਵੋਟਾਂ ਵੀਨਾ ਸਲਵਾਨ ਨੂੰ ਮਿਲਣਗੀਆਂ। ਜਿੱਥੇ ਤੱਕ ਮੇਰਾ ਖਿਆਲ ਹੈ ਕਿ ਕਪੂਰਥਲੇ ਦਾ ਇਹ ਨੰਬਰ 1 ਵਾਰਡ ਹੈ। ਵੋਟ ਉਹਨਾਂ ਨੂੰ ਪਾਉਂਗੇ? ਮੈਂ ਕਿਹਾ ਜੀ ਸਾਡੇ ਦੱਸੋ, ਇਹ ਹੁਣ ਕਹਿਣ ਵਾਲੀ ਗੱਲ ਤਾਂ ਹੈ ਨਹੀਂ ਜੀ। नामुमकिन को मुमकिन बनाने ही का तो दूसरा नाम राना है। Definitely I will serve humanity. ਮੇਰੇ ਨੁਮਾਇੰਦੇ ਜਿਹੜੇ ਆ ਉਹ ਜਾਗਦੇ ਸਿਰਾਂ ਵਾਲੇ ਹੋਣ ਤੇ ਮੈਨੂੰ ਇਹ ਨਸ਼ਾ ਵਾ ਮੈਂ ਕੰਮ ਕਰਨਾ। ਦੇਖੋ ਕੈਪਟਨ ਸਾਹਿਬ ਦਾ ਕਿੱਡਾ ਵੱਡਾ ਫੈਸਲਾ ਕਿ 50% ਲੇਡੀਜ਼ ਉਹਨਾਂ ਨੂੰ ਅੱਗੇ ਲਿਆ ਰਹੇ ਆ। ਬੰਦਾ ਕੰਮ ਕਰ ਸਕਦਾ, ਲੇਡੀ ਕਿਉਂ ਨਹੀਂ ਕਰ ਸਕਦੀ? ਕਰ ਸਕਦੀ ਹੈ। नामुमकिन को मुमकिन बनाने ही का तो दूसरा नाम राना है। ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਬੜੀ ਜ਼ਰੂਰੀ ਚੀਜ਼ ਹੈ। ਅੱਜ ਕੈਮਰਾ ਕੈਚਸ ਐਵਰੀਵਨ। ਗੁੰਡਾਗਰਦੀ ਕਿਤੇ ਹੁੰਦੀ ਹੈ ਕੈਮਰਾ ਫੜ ਲੈਂਦਾ। ਇਹਨਾਂ ਦੇ ਪੈਰਾਂ ਵੱਲ ਵੇਖਦਾ ਮੈਂ, ਇਹਨਾਂ ਦੇ ਮੂੰਹ ਵੱਲ ਕਦੇ ਵੇਖਿਆ ਹੀ ਨਹੀਂ। ਮੈਂ ਇਹਨਾਂ ਦੇ ਚਰਨਾਂ 'ਚ ਨਿਗਾਹ ਵਿਛਾ ਕੇ ਰੱਖਦਾ, ਮੇਰੀ ਜੱਫੀ ਚਲੇ ਗਈ। नामुमकिन को मुमकिन बनाने ही का तो दूसरा नाम राना है। ਸਰ ਵੋਟ ਔਰ ਸਪੋਰਟ ਕਿੰਨੂ ਜਾਏਗੀ? ਵੀਨਾ ਸਲਮਾਨ ਨੂੰ ਜੀ। ਉਹ ਬਗੈਰ ਕਾਉਂਸਲਰ ਤੋਂ ਇੰਨੇ ਕੰਮ ਕਰ ਗਿਆ ਤੇ ਜੋ ਕਾਉਂਸਲਰ ਬਣੂਗਾ ਉਹ ਕਿੰਨੇ ਕਰੂਗਾ? ਪਿਛਲੇ MC ਨੇ ਕੰਮ ਨਹੀਂ ਕੀਤੇ? ਉਹ ਸਵਾਹ ਕੀਤੇ ਆ ਜੀ, ਕੁਝ ਨਹੀਂ ਕੀਤੇ। ਮੈਂ ਇੱਕ ਉਹ ਨਾਲੀ ਤੋਂ ਬਣ ਗਿਆ ਉਹ MC। ਹਾਂਜੀ, ਕਿੰਨੀ ਦੇਰ ਤੋਂ ਜਾਣਦੇ ਵੀਨਾ ਸਲਵਾਨ ਜੀ ਨੂੰ? ਦੇਖੋ ਜੀ, ਜਿਹੜੇ ਵੀਨਾ ਸਲਵਾਨ ਜੀ ਦੇ ਹਸਬੈਂਡ ਆ ਦੀਪਕ ਸਲਵਾਨ ਜੀ, ਉਹ ਮੇਰੇ ਬਹੁਤ ਬਚਪਨ ਤੋਂ ਹੀ ਫਰੈਂਡ ਆ। ਔਰ ਤੁਸੀਂ ਹੁੰਦੇ ਜਦੋਂ ਦੀ ਉਹਨਾਂ ਦੀ ਮੈਰਿਜ ਹੋਈ ਤਾਂ ਸਾਡੇ ਭਾਬੀ ਜੀ ਤੋਂ ਸਾਨੂੰ ਜਾਣਦੇ ਆ। ਵੋਟ ਉਹਨਾਂ ਨੂੰ ਪਾਉਂਗੇ? ਮੈਂ ਕਿਹਾ ਜੀ ਸਾਡੇ ਦੱਸੋ, ਇਹ ਹੁਣ ਕਹਿਣ ਵਾਲੀ ਗੱਲ ਤਾਂ ਹੈ ਨਹੀਂ ਜੀ। ਅਸੀਂ 1 ਨੰਬਰ ਦੇ ਵਿੱਚ ਖੜੇ ਆ ਤੇ 1 ਨੰਬਰ ਦਾ ਇਲੈਕਸ਼ਨ ਵੋਟ ਦਵਾਣੀ ਉਹਨਾਂ ਨੂੰ ਤੇ ਪੂਰਾ ਯੋਗਦਾਨ ਦੇਵਾਂਗੇ ਅਸੀਂ। ਸਰ ਵੋਟ ਔਰ ਸਪੋਰਟ ਕਿੰਨੂ ਜਾਏਗੀ? ਵੀਨਾ ਸਲਮਾਨ ਨੂੰ ਜੀ। ਅਸੀਂ ਆਪ ਦਾ ਖੜਾ ਕੀਤਾ ਉਹਨੂੰ, ਕੁੜੀ ਨੂੰ। ਤੁਸੀਂ ਆਪ ਖੜਾ ਕੀਤਾ? ਹੋਰ ਇੰਨੇ ਇੱਥੇ ਕਾਫੀ ਸ਼ਖਸੀਅਤਾਂ ਹੈਗੀਆਂ ਤੇ ਤੁਸੀਂ ਇਹਨਾਂ ਨੂੰ ਕਿਉਂ ਚੂਜ਼ ਕੀਤਾ? ਹਾਂਜੀ, ਇੰਨੀਆਂ ਸ਼ਖਸੀਅਤਾਂ ਤੇ ਖੜੀਆਂ ਕਿ ਕੋਈ ਬੈਸਟ ਕੈਂਡੀਡੇਟ ਸਾਨੂੰ ਮਿਲਿਆ ਹੀ ਨਹੀਂ। ਇਹ ਪੜ੍ਹੀ ਲਿਖੀ ਪੂਰੀ ਸਮਝਦਾਰ ਕੁੜੀ ਆ। ਔਰ ਦੀਪਕ ਸਲਵਾਨ ਜਿਹੜਾ ਲੋਕਾਂ ਦੇ ਇੰਨੇ ਕੰਮ ਕਰਦਾ, ਉਹ ਬਗੈਰ ਕਾਉਂਸਲਰ ਤੋਂ ਇੰਨੇ ਕੰਮ ਕਰ ਗਿਆ ਤੇ ਜੋ ਕਾਉਂਸਲਰ ਬਣੂਗਾ ਉਹ ਕਿੰਨੇ ਕਰੂਗਾ? ਪਿਛਲੇ MC ਨੇ ਕੰਮ ਨਹੀਂ ਕੀਤੇ? ਉਹ ਸਵਾਹ ਕੀਤੇ ਆ ਜੀ, ਕੁਝ ਨਹੀਂ ਕੀਤੇ। ਪਿਛਲੇ MC ਨੂੰ ਵੀ ਅਸੀਂ ਜਿਤਾਇਆ ਸੀ। ਉਹਨੂੰ ਅਸੀਂ ਜਿਤਾਇਆ ਜੀ। ਤੁਸੀਂ ਇੰਟਰਵਿਊ ਲਈ ਸੀ ਕਿ ਮੈਂ ਇੱਕ ਉਹ ਨਾਲੀ ਤੋਂ ਬਣ ਗਿਆ ਉਹ MC। ਪਰ ਉਹ ਵੀ ਤਾਂ ਕਾਂਗਰਸ ਦਾ ਸੀਗਾ। ਉਹ ਨਹੀਂ, ਉਦੋਂ ਅਕਾਲੀ ਦਲ ਸੀਗਾ। ਅਕਾਲੀ ਦਾ ਸੀਗਾ? ਹਾਂਜੀ, ਉਦੋਂ ਅਕਾਲੀ ਦਲ ਸੀਗਾ। ਤੇ ਹੁਣ ਤਾਂ ਉਹ ਕਾਂਗਰਸ ਦੇ ਨੇ। ਆ ਹੁਣ ਉਹ ਕਾਂਗਰਸ ਆ। ਨਹੀਂ, ਮੈਂ ਉਹਦੇ ਬਾਰੇ ਇੰਟਰਵਿਊ ਲਿੱਤੀ ਉਹ ਕਾਂਗਰਸ ਦੇ। ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ, ਲੇਕਿਨ ਕੰਮ ਕੋਈ ਨਹੀਂ ਕੀਤਾ। ਪਹਿਲਾਂ ਹੈਗੇ ਸੀਗੇ ਉਹ ਦੂਜੇ ਸੀਗੇ ਆਪਣੇ ਖਾਲੀ, ਉਹਨਾਂ ਨੇ ਪਾਰਟੀ ਚੇਂਜ ਕੀਤੀ ਹੈ। ਹਾਂਜੀ, ਵੋਟ ਕਿਹਨੂੰ ਪਾਉਂਗੇ ਸਰ? महाराज दीपक सलवान ਨੂੰ ਪਾਵਾਂਗੇ ਜੀ। ਨਹੀਂ, ਦੀਪਕ ਸਲਵਾਨ ਥੋੜੀ ਖੜੇ ਨੇ, ਵੀਨਾ ਸਲਵਾਨ ਜੀ ਨੂੰ ਪਾਵਾਂਗੇ महाराज। ਵੀਨਾ ਸਲਵਾਨ ਪੂਰੀ ਯੂਥ ਨਾਲ ਮਿਲ ਕੇ? ਪੂਰੀ ਯੂਥ ਨਾਲ ਮਿਲ ਕੇ ਪਾਵਾਂਗੇ। ਵੋਟ ਕਿਹਨੂੰ ਪਾਉਂਗੇ ਜੀ?
कांग्रेस ਨੂੰ ਪੱਕਾ ਇਹ कहने की जरूरत ही नहीं है कोई। ਕਾਂਗਰਸ 'ਚ ਕੌਣ ਖੜਾ ਇਸ ਟਾਈਮ? वीना सलवान ਜਾਣਦੇ ਹੋ ਚੰਗੀ ਤਰ੍ਹਾਂ? जी बहुत अच्छी तरह ਕਿਸ ਤਰ੍ਹਾਂ ਨੇ? फैमिली फ्रेंड है, मेरे हस्बैंड की फ्रेंड की उनकी वाइफ है। ਤੁਸੀਂ ਕਿਹਨੂੰ ਵੋਟ ਪਾਓਗੇ? कांग्रेस ਨੂੰ ਕਾਂਗਰਸ ਨੂੰ ਪਾਓਗੇ? ਪੱਕੇ ਕਾਂਗਰਸੀ ਹੋ? ਜੇ ਕੋਈ ਹੋਰ ਕੋਈ ਇੱਥੇ ਖੜਾ ਹੋਵੇ ਇਲੈਕਸ਼ਨ 'ਚ ਆ ਕੇ खड़ा रहे बेशक ਹੋਰ ਵੀ ਬਹੁਤ ਖਤਰੇ ਗਏ ਤੁਹਾਨੂੰ, ਹੋਰ ਵੀ ਬਹੁਤ ਖੜੇ ਨੇ, ਪਰ ਵੀ ਤੁਹਾਨੂੰ ਵੀਨਾ ਸਲਮਾਨ ਕਿਉਂ ਪਸੰਦ ਆ? पसंद बस ਵੋਟ ਔਰ ਸਪੋਰਟ ਕਿਹਨੂੰ ਜਾਏਗੀ? ਵੀਨਾ ਸਲਵਾਨ ਜੀ ਬਹੁਤ ਸ਼ੁਕਰੀਆ। ਵੀਨਾ ਸਲਮਾਨ ਜੀ ਨੂੰ ਕਿੰਨੀ ਦੇਰ ਤੋਂ ਜਾਣਦੇ ਹੋ? ਵੀਨਾ ਸਲਵਾਨ ਨੂੰ ਮੈਂ ਬਚਪਨ ਤੋਂ ਹੀ ਜਾਣਦੀ ਹਾਂ ਜੀ ਔਰ ਹੌਲੀ ਹੌਲੀ ਮੈਂ ਇੱਕ ਰਿਟਾਇਰਡ ਟੀਚਰ ਹਾਂ ਜੀ। ਔਰ ਉਹਦੀ ਸਕੂਲ ਲਾਈਫ ਜਿਹੜੀ ਆ ਉਹ ਮੇਰੇ ਸਕੂਲ ਦੇ ਵਿੱਚ ਹੀ ਇਹਨੇ ਆਪਣੀ ਸਟੱਡੀ ਕੀਤੀ ਆ ਔਰ ਐਜੂਕੇਸ਼ਨ ਦਾ ਹਰ ਐਸਪੈਕਟ ਕੋਈ ਵੀ ਉਹਨੇ ਛੱਡਿਆ ਨਹੀਂ ਹੈਗਾ ਔਰ ਜੇ ਮੈਂ ਉਸ ਦੇ ਲਈ ਇੱਕ ਬੈਸਟ ਵਰਡ ਯੂਜ਼ ਕਰਾਂ ਤੇ ਮੈਂ ਗਲਤ ਨਹੀਂ ਹੋਵਾਂਗੀ। ਉਹ ਇੱਕ ਬੈਸਟ ਸਟੂਡੈਂਟ, ਬੈਸਟ ਟੀਚਰ, ਬੈਸਟ ਡਾਟਰ ਇਨ ਲਾ ਜੀ ਔਰ ਮੇਰੇ ਉਮੀਦ ਦੇ ਵਿੱਚ ਕਿ ਉਹ ਇੱਕ ਬੈਸਟ ਉਮੀਦਵਾਰ ਵੀ ਸਿੱਧ ਹੋਗੀ। ਵੀਨਾ ਜੀ ਨੂੰ ਕਿੰਨੀ ਦੇਰ ਤੋਂ ਜਾਣਦੇ ਹੋ? ਮੈਂ ਉਹਨੂੰ ਬਚਪਨ ਤੋਂ ਹੀ ਜਾਣਦੀ ਹਾਂ। ਜੀ ਕਿਸ ਤਰ੍ਹਾਂ ਦੀ ਸ਼ਖਸੀਅਤ ਨੇ? ਬਹੁਤ ਹੀ ਵਧੀਆ, ਬਹੁਤ ਸਾਫ਼ ਦਿਲ ਵਾਲੇ ਔਰ ਬਹੁਤ ਇੱਕ ਪਿਆਰਾ ਦਿਲ ਰੱਖਣ ਵਾਲੀ ਹੈ। ਜੀ ਵੋਟ ਉਹਨਾਂ ਨੂੰ ਪਾਉਂਗੇ? ਜ਼ਰੂਰ ਵੋਟ ਫॉर ਪੰਜਾਬ। ਕਿਸੇ ਪ੍ਰੈਸ਼ਰ ਦੇ ਵਿੱਚ ਹੋ ਕਿ ਉਦਾਂ ਹੀ ਤੁਸੀਂ ਪਾਇਆ ਹੈ ਪੰਜੇ ਦਾ ਜਿਹੜਾ ਸਰੋਪਾ? नहीं कोई प्रेशर नहीं गा, ਜੀ खुशी नाल ही पाया आ। ਖੁਸ਼ੀ ਨਾਲ ਪਾਇਆ? हाँ जी ਤੁਸੀਂ ਵੀਨਾ ਸਲਮਾਨ ਜੀ ਨੂੰ ਕਿੰਨੀ ਦੇਰ ਤੋਂ ਜਾਣਦੇ ਹੋ? ਮੈਂ ਇਸ ਤਰ੍ਹਾਂ ਜਾਣਦਾ ਨਹੀਂ ਕਿ ਮੇਰੇ ਦੋਸਤ ਦੀ ਲੜਕੀ ਹੈ। ਵੋਟ ਉਹਨਾਂ ਨੂੰ ਪਾਉਂਗੇ ਯਾਨੀ ਕਿ? ਵੋਟ ਦਾ ਨਹੀਂ, ਵੋਟ ਪਵਾਵਾਂਗੇ ਆਪਾਂ ਕਿਉਂਕਿ ਇਹ ਜਿਹੜਾ ਪਰਿਵਾਰ ਹੈ ਇਹ ਬੜਾ ਸਮਾਜ ਦੀ ਸੇਵਾ ਕਰਨ ਵਾਲਾ ਪਰਿਵਾਰ ਹੈ ਜੀ। ਔਰ ਮੇਰਾ ਖਿਆਲ ਹੈ ਕਿ ਇਸ ਵਾਰਡ ਦੇ ਵਿੱਚ ਸਭ ਤੋਂ ਵੱਧ ਵੋਟਾਂ ਵੀਨਾ ਸਲਵਾਨ ਨੂੰ ਮਿਲਣਗੀਆਂ। ਹਾਂਜੀ ਵੀਨਾ ਸਲਮਾਨ ਜੀ ਬਾਰੇ ਵਿਚਾਰ ਦਿਓ। ਵੀਨਾ ਸਲਵਾਨ ਵਾਰਡ ਨੰਬਰ 1 ਤੋਂ ਬਹੁਤ ਹੀ ਸੂਝਵਾਨ ਅਤੇ ਪੜ੍ਹੇ ਲਿਖੇ ਕੈਂਡੀਡੇਟ ਨੇ। ਜਿੱਥੇ ਤੱਕ ਮੇਰਾ ਖਿਆਲ ਹੈ ਕਿ ਕਪੂਰਥਲੇ ਦੇ ਵਿੱਚ ਜਿੰਨੇ 50 ਕੈਂਡੀਡੇਟ ਖੜੇ ਹੋਏ ਨੇ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ MA BEd ਇਸ ਬੇਟੀ ਨੇ ਕੀਤੀ ਹੋਈ ਹੈ। ਔਰ ਜਿੱਥੇ ਤੱਕ ਮੇਰਾ ਖਿਆਲ ਹੈ ਕਿ ਕਪੂਰਥਲੇ ਦਾ ਇਹ ਨੰਬਰ 1 ਵਾਰਡ ਹੈ ਔਰ ਇਹਨਾਂ ਦੇ ਇਲੈਕਟ ਹੋਣ ਤੋਂ ਬਾਅਦ ਉਹ ਵੇਖਣ ਦੇ ਵਿੱਚ ਵੀ ਇਹ ਕਪੂਰਥਲਾ ਨੰਬਰ 1 ਵਾਰਡ ਹੀ ਹੋਏਗਾ। ਉਹ ਇਸ ਤਰ੍ਹਾਂ ਦੇ ਕੰਮ ਕਰਨਗੇ, ਇਸ ਦੇ ਵਿੱਚ ਜਜ਼ਬਾ ਹੈ ਇਸ ਲੜਕੀ ਦੇ ਵਿੱਚ ਕਿ ਮੈਂ ਆਪਣੇ ਵਾਰਡ ਨੂੰ ਆਪਣੇ ਪਰਿਵਾਰ ਵਾਂਗਰ, ਆਪਣੇ ਘਰ ਵਾਂਗਰ ਸਜਾ ਕੇ ਰੱਖਾਂਗੀ। ਵਾਰਡ ਨੰਬਰ 1 ਦੇ ਆਫਿਸ ਦੇ ਵਿੱਚ ਔਰ ਆਫਿਸ ਕਿਹਨੇ ਖੋਲ੍ਹਿਆ ਹੈ? ਰਾਣਾ ਗੁਰਜੀਤ ਸਿੰਘ MLA ਨੇ ਔਰ ਇਸ ਟਾਈਮ ਨਾਲ ਸਾਡੇ ਨਾਲ ਜੁੜ ਚੁੱਕੇ ਨੇ ਰਾਣਾ ਗੁਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਬਹੁਤ ਬਹੁਤ ਸ਼ੁਭਕਾਮਨਾਵਾਂ, ਤੁਸੀਂ ਆਪਣਾ ਆਫਿਸ ਖੋਲ੍ਹਿਆ ਕਾਂਗਰਸ ਦਾ। ਦੇਖੋ ਗੱਲ ਹੈ ਕਿ ਵੀ ਦੀਪਕ ਸਲਵਾਨ ਜੀ ਮੇਰੇ ਨਾਲ ਪਿਛਲੇ 20 ਸਾਲ 22 ਸਾਲ ਦੇ ਜੁੜੇ ਨੇ ਜੀ ਇਹ ਬਿਲਕੁਲ ਮੁੱਛ ਫੁੱਟ ਗੱਭਰੂ ਸੀ ਜਦੋਂ ਮੇਰੇ ਨਾਲ ਜੁੜਿਆ। ਯੂਥ ਕਾਂਗਰਸ ਦੇ ਵਿੱਚ ਕੰਮ ਕੀਤਾ ਔਰ ਕਾਂਗਰਸ ਦਾ ਮੇਰੀ ਇਲੈਕਸ਼ਨ 'ਚ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲਿਆ। ਇਹਨਾਂ ਦਾ ਮੇਰਾ ਵੀ ਮਨ ਸੀ ਕਿ ਇਹ MC 'ਚ ਖੜੇ ਹੋਣ, ਮੇਰੀ ਤਾਕਤ ਵਧੇ। ਜੀ ਕਪੂਰਥਲਾ ਕਾਰਪੋਰੇਸ਼ਨ ਬਣੀ ਜੀ ਤੇ 29 ਦੀ ਜਗ੍ਹਾ 50 ਸੀਟਾਂ ਹੋਈਆਂ ਤੇ ਉਸ ਦੌਰਾਨ ਫਿਰ ਇੱਕ ਮੌਕਾ ਆਇਆ ਤੇ ਵਾਰਡ ਨੰਬਰ 1 ਲੇਡੀ ਸੀਟ ਰਿਜ਼ਰਵ ਸੀ। ਜੀ ਇਹਨਾਂ ਦੀ ਵਾਈਫ ਸ਼ੀ ਇਜ਼ ਐਜੂਕੇਟਿਡ ਲੇਡੀ ਜੀ ਐਂਡ ਸ਼ੀ ਇਜ਼ ਅ ਟੀਚਰ ਬਾਈ ਪ੍ਰੋਫੈਸ਼ਨ। ਜੀ ਉਹਨਾਂ ਨੂੰ ਮੈਂ ਕਿਹਾ ਵੀ ਵਾਰਡ ਨੰਬਰ 1 ਤੁਹਾਡੀ ਪੈਂਦੀ ਆ ਤੇ ਤੁਹਾਡੀ ਵਾਈਫ ਨੂੰ ਕੰਟੈਸਟ ਕਰਨਾ ਚਾਹੀਦਾ। ਜੀ ਥੋੜੀ ਹੈਸਟੇਸ਼ਨ ਸੀ, ਉਹਦੇ ਬਾਅਦ ਫਿਰ ਅਸੀਂ ਸਮਝਾਇਆ ਵੀਨੂ ਸਲਵਾਨ ਜੀ ਦੀਪਕ ਸਲਵਾਨ ਦੀ ਧਰਮ ਪਤਨੀ ਜੀ ਇਹ ਸਾਡੇ ਕੈਂਡੀਡੇਟ ਨੇ ਔਰ ਮੇਰੇ ਜਿੰਨੇ 50 ਵਾਰਡ ਆ ਵਨ ਆਫ ਦੀ ਪ੍ਰੋਮਿਸਿੰਗ ਕੈਂਡੀਡੇਟਸ ਜਿਹੜੇ ਐਜੂਕੇਟਿਡ ਵੀ ਨੇ, ਜਿਨ੍ਹਾਂ ਨੂੰ ਹਰ ਗੱਲ ਦਾ ਪਤਾ ਹੈ। ਇਹਦੇ ਨਾਲ ਮੈਂ ਸਮਝਦਾ ਕਪੂਰਥਲਾ ਕਾਰਪੋਰੇਸ਼ਨ ਨੂੰ ਵੀ ਫਾਇਦਾ ਹੋਏਗਾ, ਸ਼ਹਿਰ ਨੂੰ ਫਾਇਦਾ ਹੋਏਗਾ, ਮੇਰੀ ਪਾਰਟੀ ਕਾਂਗਰਸ ਪਾਰਟੀ ਨੂੰ ਫਾਇਦਾ ਹੋਏਗਾ। ਸਰ ਕੀ ਕਾਰਨ ਹੈ ਕਿ ਵਿਰੋਧੀ ਧਿਰ ਜਿਹੜੇ ਹੈਗੇ ਤੁਹਾਡਾ ਬਹੁਤ ਵਿਰੋਧ ਕਰਦੇ ਨੇ, ਪਰ ਫਿਰ ਵੀ ਤੁਸੀਂ ਜਨਤਾ ਦੇ ਹਰਮਨ ਪਿਆਰੇ ਨੇਤਾ ਹੋ, ਇਹਦਾ ਰਾਜ ਕੀ ਹੈ? ਇਹਦਾ ਰਾਜ ਹੈ ਕਿ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ। ਜੀ ਵਿਰੋਧ ਜਦੋਂ ਬੰਦਾ ਦੂਸਰੇ ਦੇ ਨਾਲ ਮੁਕਾਬਲਾ ਨਹੀਂ ਕਰ ਪਾਉਂਦਾ ਤਾਂ ਫਿਰ ਵਿਰੋਧ ਕਰਦਾ। ਉਹ ਹਿੰਦੀ 'ਚ ਕਹਿੰਦੇ ਖਿਸਿਆਈ ਬਿੱਲੀ ਖੰਭਾ ਨੋਚੇ। ਹਾਂਜੀ ਇਹ ਖੰਭੇ ਨੋਚਣਗੇ, ਮੇਰਾ ਦੱਸੋ ਇਹ 'ਚ ਕੀ ਕਸੂਰ ਹੈ? ਹੁਣ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿੱਤ ਤੁਹਾਡੀ ਹੈਗੀ ਪਰ ਐਲਾਨ ਬਾਕੀ ਆ? ਨਹੀਂ, ਇਹ ਘਮੰਡ ਨਹੀਂ ਕਰਨਾ ਚਾਹੀਦਾ ਕਿਸੇ ਗੱਲ ਦਾ। ਅਸੀਂ ਅਗਰ ਮੈਦਾਨ 'ਚ ਉਤਰੇ ਹਾਂ, ਮੈਨੂੰ ਪਤਾ ਜਨਤਾ ਦੀ ਇੱਛਾਵਾਂ ਤੇ ਮੈਂ ਪੂਰਾ ਉਤਰਦਾ। ਗੱਲ ਤੇ ਆਪਣੀ ਤੇ ਖੜਾ ਰਹਿਣਾ। ਮੈਨੂੰ ਇਸ ਗੱਲ ਦਾ ਐਡਵਾਂਟੇਜ ਮਿਲਿਆ ਸਾਰੀ ਉਮਰ। ਮੈਂ ਚਾਹੇ ਖੇਤੀ ਕੀਤੀ, ਚਾਹੇ ਮੈਂ ਬਿਜ਼ਨਸ 'ਚ ਇੰਡਸਟਰੀ ਲਾਈ, ਚਾਹੇ ਮੈਂ ਰਾਜਨੀਤੀ 'ਚ ਹਾਂ, ਮੈਂ ਆਪਣੀ ਗੱਲ ਤੋਂ ਨਹੀਂ ਮੁੱਕਰਦਾ ਤੇ ਉਹਦਾ ਮੈਨੂੰ ਐਡਵਾਂਟੇਜ ਮਿਲਦਾ। ਔਰ ਲੋਕਾਂ ਦੇ ਬਜ਼ੁਰਗਾਂ ਦੀ
ਇੱਜ਼ਤ ਕਰੀਦੀ, ਆਪਣੇ ਸਾਥੀਆਂ ਨਾਲ ਹੱਸਦੇ ਖੇਡਦੇ ਰਹੀਦਾ, ਬੱਚਿਆਂ ਨਾਲ ਪਿਆਰ ਕਰੀਦਾ। ਤੇ ਇਸ ਗੱਲ ਦਾ ਐਡਵਾਂਟੇਜ ਮੈਨੂੰ ਹੈ ਔਰ ਮੇਰੇ ਪ੍ਰਤਿਆਸ਼ੀਆਂ ਨੂੰ ਵੀ ਇਸ ਗੱਲ ਦਾ ਐਡਵਾਂਟੇਜ ਹੈ। ਔਰ ਜਿੱਥੇ ਤਾਈਂ ਕਪੂਰਥਲੇ ਦੀ ਗੱਲ ਕਰੋ, ਕਪੂਰਥਲੇ ਨੂੰ ਇਹ ਤੋਂ ਪਹਿਲਾਂ 10 ਸਾਲ ਕਾਂਗਰਸ ਦਾ ਰਾਜ ਸੀ, ਉਹਦੇ 'ਚ ਸਾਡੇ ਕੰਮ ਨਹੀਂ ਹੋ ਪਾਏ ਕਿਉਂਕਿ ਵੀ ਵਰ ਕੈਂਡੀਡੇਟ ਇੱਥੋਂ ਕਾਂਗਰਸ ਦਾ ਜਿੱਤਦਾ ਹਰ ਵਾਰ ਔਰ ਸਰਕਾਰ ਅਕਾਲੀ ਦਲ ਬੀਜੇਪੀ ਦੀ ਆਉਂਦੀ ਰਹੀ, ਜਿਹਦਾ ਨੁਕਸਾਨ ਮੇਰੇ ਸ਼ਹਿਰ ਨੂੰ ਹੈ ਮੇਰੇ ਕਰਕੇ, ਤੇ ਉਹ ਕੰਪਨਸੇਟ ਹੋ ਗਿਆ। ਦੇਖੋ ਜਿੱਦਣ ਦੀ ਕਾਂਗਰਸ ਦੀ ਰਾਜ ਆਇਆ, ਮੈਂ 2 ਕੰਮ ਕਰਵਾਏ ਕੈਪਟਨ ਅਮਰਿੰਦਰ ਸਿੰਘ ਜੀ ਦਾ, ਮੈਂ ਰਿਣੀ ਹਾਂ, ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ। ਇੱਕ ਤਾਂ ਨਗਰ ਕੌਂਸਲ ਨੂੰ ਕਾਰਪੋਰੇਸ਼ਨ ਬਣਾਉਣਾ ਬੜੀ ਵੱਡੀ ਗੱਲ ਹੈ ਆਪਣੇ ਆਪ 'ਚ। ਤੁਸੀਂ ਆ ਸੜਕ ਵੇਖੋ, ਪਹਿਲਾਂ ਕਦੇ ਤੁਸੀਂ ਇਦਾਂ ਦੀ ਸੜਕ ਦੇਖੀ ਸੀ? ਜਿਹੜੀ ਸਾਹਮਣੇ ਦੀ ਜਾਂਦੀ ਆ ਟੁੱਟੀ ਹੁੰਦੀ ਸੀ, ਸਾਈਡਾਂ ਤੇ ਟਾਈਲਾਂ ਲਵਾਈਆਂ। ਇਸੇ ਤਰ੍ਹਾਂ ਕਰੀਬ ਸਾਰੀਆਂ ਸੜਕਾਂ ਵੱਡੀਆਂ ਚੌੜੀਆਂ ਮਜ਼ਬੂਤ ਬਣਾਈਆਂ ਜਿੰਨੀਆਂ ਵੀ, ਚਾਹੇ ਹੁਣ ਮੈਂ ਸ਼ਹਿਰ ਦੇ ਵਿੱਚ ਦੀ ਨਹੀਂ ਆਇਆ, ਮੈਂ ਮਾਰਕਫੈਟ ਤੇ ਹੀ ਆਇਆ। ਅੱਜ ਤੋਂ 4-5 ਸਾਲ ਪਹਿਲਾਂ ਕਦੇ ਕੋਈ ਮਾਰਕਫੈਟ ਦੀ ਆਉਣ ਦਾ ਸੋਚ ਸਕਦਾ ਸੀ? ਐਡੇ ਖੱਡੇ ਸੀ। ਮੈਨੂੰ ਵਿਸ਼ਾਲ ਜੀ ਗੱਡੀ ਚਲਾ ਰਹੇ ਸੀ, ਕਹਿੰਦੇ ਉੱਪਰ ਦੀ ਮੋੜੋ। ਮੈਂ ਕਿਹਾ ਯਾਰ ਉਹ ਲੰਬਾ ਪਊਗਾ, ਕਹਿੰਦਾ ਸਿੱਧੀ ਸੜਕ ਆਪਾਂ ਮਿੰਟ 'ਚ ਪਹੁੰਚ ਜਾਣਾ ਉੱਥੇ। ਸੋ ਕਹਿਣ ਦਾ ਮੇਰਾ ਮਤਲਬ ਹੈ, ਚਾਹੇ ਸੜਕਾਂ ਹੋਣ, ਚਾਹੇ ਸੀਵਰੇਜ ਦੀ ਗੱਲ ਕਰ ਲਓ, 8 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਪਏ ਆ। ਜਿਹੜੀਆਂ ਕਾਲੋਨੀਜ਼ ਜਿਨ੍ਹਾਂ 'ਚ ਸੀਵਰੇਜ ਨਹੀਂ ਸੀ ਉਹਨਾਂ 'ਚ ਪਾਇਆ, ਜਿਹੜੀਆਂ ਇਲੀਗਲ ਕਾਲੋਨੀਜ਼ ਸੀ ਉਹਨਾਂ ਨੂੰ ਵੀ ਰੈਗੂਲਾਈਜ਼ ਕਰਾ ਕੇ ਉਹਨਾਂ 'ਚ ਸੀਵਰੇਜ ਤੇ ਪਾਣੀ ਪਾਉਣ ਦਾ ਪੂਰਾ ਉਹ ਯਤਨ ਕੀਤਾ। ਔਰ ਜੰਗੀ ਪੱਧਰ ਤੇ ਕਪੂਰਥਲੇ ਦੇ ਵਿਕਾਸ ਦੇ ਕੰਮ ਹੋ ਰਹੇ ਆ। ਸੀਵਰੇਜ ਵੀ ਪੈ ਰਿਹਾ, ਪੀਣ ਵਾਲੇ ਪਾਣੀ ਦੇ ਪ੍ਰਬੰਧ ਵੀ ਬਿਹਤਰ ਹੋ ਰਿਹਾ। ਸਟਰੀਟ ਲਾਈਟਸ ਲਈ 1 ਕਰੋੜ 90 ਲੱਖ ਰੁਪਏ ਲਿਆਂਦਾ ਤੇ 50 ਲੱਖ ਰੁਪਏ ਦੇ ਕੈਮਰੇ ਲਾਉਣੇ ਸ਼ਹਿਰ 'ਚ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਬੜੀ ਜ਼ਰੂਰੀ ਚੀਜ਼ ਹੈ। ਅੱਜ ਕੈਮਰਾ ਕੈਚਸ ਐਵਰੀਵਨ। ਸੋ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਕੈਮਰੇ ਨੇ ਗੁੰਡਾਗਰਦੀ ਕਿਤੇ ਹੁੰਦੀ ਹੈ, ਕੈਮਰਾ ਫੜ ਲੈਂਦਾ। ਤੇ ਹੁਣ ਇਸ ਗੱਲ ਦਾ ਲਾਭ ਮੇਰੇ ਸ਼ਹਿਰ ਨੂੰ ਵੀ ਇਹ ਫਾਇਦਾ ਹੋਣਾ ਚਾਹੀਦਾ ਟੈਕਨੋਲੋਜੀ ਦਾ। ਸੋ ਕ੍ਰਾਈਮ ਘਟਾਉਣ ਲਈ, ਕ੍ਰਾਈਮ ਡਿਟੈਕਟ ਕਰਨ ਲਈ ਅਸੀਂ ਇੱਧਰ ਨੂੰ ਜਾ ਰਹੇ ਹਾਂ। ਇਹ ਆਮ ਤੌਰ ਤੇ ਲੋਕ ਨਹੀਂ ਸੋਚਦੇ, ਖਾਲੀ ਸੜਕਾਂ ਗਲੀਆਂ ਦੀ ਗੱਲ ਕਰਦੇ ਆ। ਸਟਰੀਟ ਲਾਈਟਸ ਲਈ 1 ਕਰੋੜ 90 ਲੱਖ ਰੁਪਏ ਐਡੀਸ਼ਨਲ ਆਇਆ। ਸੋ ਕੋਈ ਮੁਹੱਲਾ ਇਦਾਂ ਦਾ ਨਹੀਂ ਰਹਿਣ ਦੇਣਾ ਜਿੱਥੇ ਸੜਕ ਨਾ ਬਣੇ, ਸੀਵਰੇਜ ਨਾ ਪਏ, ਸਟਰੀਟ ਲਾਈਟ ਨਾ ਬਣੇ। ਸਰ ਕੀ ਕਾਰਨ ਹੈ ਕਿ ਬਾਕੀ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਦਿੱਲੀ ਤੋਂ, ਚੰਡੀਗੜ੍ਹ ਤੋਂ ਆਪਣੇ ਬੜੇ ਟੌਪ ਦੇ ਲੀਡਰ ਸੰਦੇ ਪੈਂਦੇ, ਔਰ ਤੁਸੀਂ ਇਕੱਲੇ ਹੀ ਇੱਕ ਐਸੇ ਲੀਡਰ ਹੋ ਜਿਹਦੇ ਜੋ ਜਾਂਦੇ ਆ ਤੇ ਝੰਡਾ ਜਿੱਤਦਾ ਹਮੇਸ਼ਾ ਫਹਿਰਾਉਂਦੇ ਹੋ। ਮੈਂ ਨਾ ਇਹਨਾਂ ਦੇ ਪੈਰਾਂ ਵੱਲ ਵੇਖਦਾ, ਮੈਂ ਇਹਨਾਂ ਦੇ ਮੂੰਹ ਵੱਲ ਕਦੇ ਵੇਖਿਆ ਹੀ ਨਹੀਂ। ਜਿੰਨੇ ਮੇਰੇ ਕਪੂਰਥਲੇ ਦੇ ਲੋਕ ਨੇ, ਮੈਂ ਇਹਨਾਂ ਦੇ ਚਰਨਾਂ 'ਚ ਨਿਗਾਹ ਵਿਛਾ ਕੇ ਰੱਖਦਾ ਤਾਂ ਮੈਨੂੰ ਪਿਆਰ ਦਿੰਦੇ ਆ। ਮੈਨੂੰ ਖੁਸ਼ੀ ਹੈ ਇਸ ਗੱਲ ਦੀ। ਔਰ ਵੱਡੇ ਲੀਡਰ ਵਾਲੀ ਗੱਲ ਮੈਂ ਤੁਹਾਨੂੰ ਦੱਸਾਂ, ਸਾਡੇ ਹਰੀਸ਼ ਜੀ ਦਾ ਵੀ ਮੈਨੂੰ ਪ੍ਰੋਗਰਾਮ ਆਇਆ ਕਿ ਆਉਣਾ ਚਾਹੁੰਦੇ ਨੇ, ਮੈਂ ਕਿਹਾ ਵੈਲਕਮ, 12 ਤਰੀਕ ਨੂੰ ਆਉਣਗੇ। ਇੱਕ ਆਖਰੀ ਸਵਾਲ ਕਿ ਰਿਕਸ਼ੇ ਤੋਂ ਲੈ ਕੇ ਰੋਲਸ ਰੈਸ ਤੱਕ ਤੁਸੀਂ ਸਭ ਨੂੰ ਜੱਫੀ ਪਾਉਂਦੇ ਹੋ, ਰਿਕਸ਼ੇ ਵਾਲੇ ਤੋਂ ਲੈ ਕੇ ਰੋਲਸ ਰੈਸ ਤੱਕ ਸਭ ਨੂੰ ਜੱਫੀ ਪਾਉਂਦੇ ਹੋ। ਇਹ ਨਾਰਾਜ਼ਗੀ ਹੈ ਕਿ ਤੁਹਾਡੀ ਮੈਮਰੀ ਨਹੀਂ ਸ਼ਾਰਪ, ਤੁਸੀਂ ਬਾਈ ਨੇਮ ਸਭ ਨੂੰ ਜਾਣਦੇ ਹੋ, ਬਾਕੀਆਂ ਕੋਈ ਨਹੀਂ ਮੈਮਰੀ ਨਹੀਂ ਹੈਗੀ। ਦੇਖੋ ਜੀ ਗੱਲ ਇਹ ਆ ਕਿ ਕਰੋਨਾ ਦਾ ਅਗਰ ਨੁਕਸਾਨ ਹੋਇਆ, ਸਾਰਿਆਂ ਨਾਲੋਂ ਵੱਡਾ ਤਰਾਣਾ ਗੁਰਜੀਤ ਸਿੰਘ ਦਾ ਹੋਇਆ। ਮੇਰੀ ਜੱਫੀ ਚਲੇ ਗਈ, ਹੁਣ ਫਿਰ ਚਾਲੂ ਕੀਤੀ ਹੈ। ਕਿਉਂ ਬਾਬਾ ਜੀ? ਸੋ ਗੱਲ ਆ, ਕਰੋਨਾ 'ਚ ਮੇਰਾ ਬੜਾ ਨੁਕਸਾਨ ਹੋਇਆ। 1 ਸਾਲ ਜੱਫੀਆਂ ਨਹੀਂ ਪਈਆਂ, ਬਿਕੋਜ਼ ਹੋ ਸਕਦਾ ਮੇਰੇ ਤੋਂ ਕਿਸੇ ਨੂੰ ਹੋ ਜਾਏ, ਇਹ ਨਹੀਂ ਕਿ ਕਿਸੇ ਤੋਂ ਮੈਨੂੰ ਹੋ ਜਾਏ। ਤੇ ਅਸੀਂ ਤਾਂ ਕਰੋਨਾ ਵਾਲੇ ਦਿਨਾਂ 'ਚ ਨਹੀਂ ਡਰੇ। ਔਰ ਮੇਰੇ ਸਾਥੀ ਹੋ ਨੇ, ਸਲਵਾਨ ਉਹਨਾਂ 'ਚੋਂ ਹੈ। ਇੱਦਾਂ ਦੇ ਮੇਰੇ ਬੜੇ ਨੌਜਵਾਨ ਨੇ, 25-25, 40-40, 50-50 ਬੰਦੇ ਮੇਰੇ ਨਾਲ ਮੋਟਰਸਾਈਕਲ ਤੇ ਮਗਰ ਜਾਣਾ। ਅਸੀਂ ਕਦੇ ਲੋਕਾਂ ਦਾ ਉਤਸ਼ਾਹ ਵਧਾਉਣ ਲਈ ਬਾਜ਼ਾਰ 'ਚ ਗਏ ਕਿ ਮਾਸਕ ਲਾ ਲਓ, ਬੜਾ ਪ੍ਰਚਾਰ ਕੀਤਾ, ਸੈਨੀਟਾਈਜ਼ਰ, ਸਾਰਾ ਕੁਝ ਕੀਤਾ ਜਿੰਨਾ ਕੁ ਕਰ ਸਕਦੇ ਸੀਗੇ। ਔਰ ਹਸਪਤਾਲਾਂ ਜਾ ਖੜੇ ਹੁੰਦੇ ਰਹੇ। ਮੈਂ ਤਾਂ ਵਾਰਡ ਦੇ ਅੰਦਰ ਵੜ ਜਾਂਦਾ ਹੁੰਦਾ ਜਿੱਥੇ ਕਰੋਨਾ। ਲੋਕ ਮੈਨੂੰ ਕਹਿੰਦੇ ਸੀਗੇ ਕਿ ਸਾਡੇ ਮਹੱਲੇ ਦੇ ਵਿੱਚ ਕਰੋਨਾ ਸੈਂਟਰ ਬਣਾਉਣ ਲੱਗੇ ਆ, ਇਹ ਨਹੀਂ ਬਣਨਾ ਚਾਹੀਦਾ। ਮੈਂ ਯਾਰ ਤੁਸੀਂ ਮੇਰੀ ਕੋਠੀ 'ਚ ਬਣਾਓ। ਔਰ ਇੱਕ ਦਿਨ ਉਹ ਦਿਨ ਵੀ ਆਇਆ ਜਿੱਦਣ ਮੇਰੇ ਬੰਦਿਆਂ ਨੂੰ ਕਰੋਨਾ ਹੋਇਆ ਤਾਂ ਮੇਰੀ ਕੋਠੀ ਦੇ ਵਿੱਚ ਰਹੇ, ਕੋਈ ਫਰਕ ਨਹੀਂ। ਹੁਣ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਕਰੋਨਾ ਬੜੀ ਭਿਅੰਕਰ ਬਿਮਾਰੀ ਹੈ, ਲੇਕਿਨ ਇੰਨਾ ਨੁਕਸਾਨਦੇਹ ਨਹੀਂ। ਮੇਰੇ ਇੱਕੋ ਘਰ 'ਚ ਅਸੀਂ ਰਹੀ ਤਾਂ ਦਰਵਾਜ਼ਾ ਖੋਲ੍ਹ ਕੇ 5-7 ਫੁੱਟ ਤੋਂ ਮੈਂ ਆਪਣੇ ਬੱਚਿਆਂ ਨਾਲ ਸਾਰਿਆਂ ਜਿਹਨੂੰ ਕਰੋਨਾ ਹੋਇਆ ਹੁੰਦਾ ਉਹਨੂੰ ਅੰਦਰ ਬਿਠਾ ਦਿੱਤਾ, ਆਪਾਂ ਬਾਹਰੋਂ ਗੱਲਾਂ ਕਰੀਦੀਆਂ। ਪਰਹੇਜ਼ ਰੱਖਣ ਦੀ ਲੋੜ ਹੈ। ਇਹਨਾਂ ਮਤਲਬ ਮੈਂ ਨਹੀਂ ਕਹਿੰਦਾ ਫਰੀਲੀ ਜੱਫੀਆਂ ਪਾਉਂਦੇ ਫਿਰ ਉਹਨਾਂ ਨੂੰ ਕਰੋਨਾ ਵਾਲੇ, ਨੋ। ਕਰੋਨਾ ਦਾ ਨੁਕਸਾਨ ਮੇਰੀ ਜੱਫੀ ਨੂੰ ਬੜਾ ਨੁਕਸਾਨ ਆਏਗਾ। ਆਈ ਰਿਗਰੈਟ। ਔਰ ਵੀਨਾ ਜਸਵੰਤ ਜੀ, ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਤੁਸੀਂ ਆਫਿਸ ਖੋਲ੍ਹਿਆ ਔਰ ਇੰਨੇ ਟੌਪ ਸੈਲੀਬ੍ਰਿਟੀ ਤੁਹਾਡੇ ਨਾਲ ਆ ਗਏ ਨੇ, ਕਿੱਦਾਂ ਦਾ ਫੀਲ ਕਰ ਰਹੇ ਹੋ? ਫਸਟ ਆਫ ਆਲ ਆਈ ਵੁੱਡ ਲਾਈਕ ਟੂ ਥੈਂਕ ਮਿਸਟਰ ਰਾਣਾ ਜੀ, ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਔਰ ਉਮੀਦਵਾਰ ਘੋਸ਼ਿਤ ਕੀਤਾ। ਐਂਡ in very less words I would like to say I just want to become vision of the leader. Whatever he is thinking I would be that only. It's mean now you in the full willpower. Yeah, that's
that's right. ਔਰ ਸਭ ਤੋਂ ਹੁਣ ਜਿਹੜੀਆਂ ਮੁੱਢਲੀਆਂ ਸਮੱਸਿਆਵਾਂ ਤੁਸੀਂ ਉਹਨਾਂ ਨੂੰ ਕੀ ਹੱਲ ਕਰੋਗੇ ਜੋ ਤੁਹਾਨੂੰ ਨਜ਼ਰ ਆ ਰਹੀਆਂ? We have make out the plan, right? We will keep the files. ਅਸੀਂ files ਰੱਖਾਂਗੇ ਰਾਣਾ ਜੀ ਦੇ ਅੱਗੇ, and definitely step by step each and every work will be touched by us. ਮੇਨ ਇੰਪੋਰਟੈਂਟ ਥਿੰਗ ਜੋ ਮੈਂ ਭੁੱਲ ਗਈ ਸੀ ਉਹ ਇਹ ਹੈ ਕਿ ਮੰਮਾ ਮੇਰੇ ਉਹਨਾਂ ਦਾ ਆਸ਼ੀਰਵਾਦ ਮੇਰੇ ਨਾਲ ਆ, ਬਸ ਹੋਰ ਕਿਸੇ ਗੱਲ ਦੀ ਕਮੀ ਨਹੀਂ. ਡੈਫੀਨੇਟਲੀ ਆਈ ਵਿਲ ਸਰਵ ਹਿਊਮੈਨਿਟੀ. ਥੈਂਕ ਯੂ. ਔਰ ਸਲਮਾਨ ਜੀ, ਤੁਸੀਂ ਰਾਣਾ ਗੁਰਜੀਤ ਸਿੰਘ ਦੇ ਸੱਚੇ ਸਿਪਾਹੀ ਹੋ। ਕਰੋਨਾ ਦੇ ਦਿਨਾਂ ਵਿੱਚ ਤੁਸੀਂ ਨਾਲ ਮੋਢੇ ਨਾਲ ਮੋਢਾ ਲੈ ਕੇ ਤੁਸੀਂ ਚੱਲੇ ਸੀਗੇ, ਉਹਦੇ ਬਾਰੇ ਵਿਚਾਰ ਦਿਓ। ਸਭ ਤੋਂ ਪਹਿਲਾਂ ਮੈਂ ਰਾਣਾ ਜੀ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਪਰਿਵਾਰ ਨੂੰ ਏਡੀ ਵੱਡੀ ਜ਼ਿੰਮੇਵਾਰੀ ਦੇ ਲਾਇਕ ਸਮਝਿਆ, ਕਿਉਂਕਿ ਬਹੁਤ ਸਾਰੀਆਂ ਸਮੱਸਿਆਵਾਂ ਵਾ। ਰਾਣਾ ਜੀ ਦੀ ਸੋਚ ਇਹੀ ਰਹੀ ਆ ਕਿ ਮੈਂ 107 ਪਿੰਡ ਦੇਖਦਾ, 50 ਵਾਰਡ ਦੇਖਣੇ ਆ, ਤੇ ਮੈਂ ਹਰ ਗਲੀ 'ਚ ਨਹੀਂ ਪਹੁੰਚ ਸਕਦਾ। ਮੰਨ ਲਓ ਕੋਈ ਗਲੀ ਬਣਨ ਵਾਲੀ ਆ, ਕਿਤੇ ਸਟਰੀਟ ਲਾਈਟ ਦੀ ਲੋੜ ਆ, ਉਹਦੇ ਵਾਸਤੇ ਮੈਂ ਚਾਹੁੰਦਾ ਕਿ ਮੇਰੇ ਨੁਮਾਇੰਦੇ ਜਿਹੜੇ ਆ ਉਹ ਜਾਗਦੇ ਸਿਰਾਂ ਵਾਲੇ ਹੋਣ, ਤੇ ਉਹਨਾਂ ਨੇ ਉਸ ਲੜੀ ਦੇ ਵਿੱਚ ਮੈਨੂੰ ਗਿਣਿਆ। ਇਹ ਮੇਰੇ ਵਾਸਤੇ ਬੜੀ ਫਖਰ ਦੀ ਗੱਲ ਆ, ਤੇ ਮੈਂ ਪੂਰੇ ਤਾਇੰਦੇ ਦੇ ਨਾਲ ਪੂਰੇ ਵਾਰਡ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਂਗਾ। ਅਸੀਂ ਇੱਕ ਰੋਡ ਮੈਪ ਵੀ ਤਿਆਰ ਕੀਤਾ ਆਪਣੀ ਫੈਮਿਲੀ 'ਚ ਬੈਠ ਕੇ, ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹ ਸਾਰੀਆਂ ਅਸੀਂ ਨੋਟ ਕਰ ਰਹੇ ਹਾਂ। ਤੇ ਫਸਟ ਆਫ ਆਲ ਇਹੀ ਆ ਕਿ ਉਹਨੂੰ ਆਪਾਂ ਮਤਲਬ ਕਿ ਇੱਕ ਨਾ ਜਨੂਨ ਹੁੰਦਾ ਬੰਦੇ ਨੂੰ ਕਿ ਕਿਸੇ ਨੂੰ ਕੋਈ ਨਸ਼ਾ ਹੁੰਦਾ ਕੋਈ ਨਾ ਕੋਈ, ਤੇ ਮੈਨੂੰ ਇਹ ਨਸ਼ਾ ਵਾ, ਮੈਂ ਕੰਮ ਕਰਨਾ। ਦੀਪਕ ਜੀ, ਬੜਾ ਦੇਖਣ ਨੂੰ ਆਇਆ ਹੈ ਕਿ ਇਲੈਕਸ਼ਨਾਂ ਜਿਹੜੀਆਂ ਹੁੰਦੀਆਂ ਉਸ ਟਾਈਮ ਹੀ ਸਿਰਫ ਮਹਿਲਾ ਜਿਹੜੀ ਉਮੀਦਵਾਰ ਹੁੰਦੀ ਨਜ਼ਰ ਆਉਂਦੀ, ਉਸ ਤੋਂ ਬਾਅਦ ਸਿਰਫ ਉਹਦੇ ਹਸਬੈਂਡ ਹੀ ਕੰਮ ਕਰਦੇ ਆ। ਕਿ ਤੁਸੀਂ ਮਿਲ ਕੇ ਦੋਵੇਂ ਬਰਾਬਰ ਆਉਂਗੇ ਗਲੀਆਂ ਬਾਜ਼ਾਰਾਂ 'ਚ ਲੋਕਾਂ ਦੀ ਸਮੱਸਿਆ ਦੇਖਣ ਲਈ? ਦੇਖੋ ਜੀ, ਇਹ ਮੇਰੀ ਜਿਹੜੀ ਸੋਚ ਸੀ ਨਾ ਥੋੜੀ ਜੀ, ਇਹ ਵੀ ਰਾਣਾ ਜੀ ਨੇ ਚੇਂਜ ਕੀਤੀ ਹੈ। ਦੇਖੋ ਕੈਪਟਨ ਸਾਹਿਬ ਦਾ ਕਿੱਡਾ ਵੱਡਾ ਫੈਸਲਾ ਕਿ 50% ਲੇਡੀਜ਼ ਉਹਨਾਂ ਨੂੰ ਅੱਗੇ ਲਿਆ ਰਹੇ ਆ। ਤੁਸੀਂ ਕਿਸੇ ਵੀ ਵੋਟ ਲਿਸਟ ਨੂੰ ਤੁਸੀਂ ਚੈੱਕ ਕਰ ਲਓ ਕਿਸੇ ਵੀ ਵਾਰਡ ਦੀ, ਉਹ ਲਗਭਗ 48-50% ਲੇਡੀਜ਼ ਔਰ ਜੈਂਟਸ ਦਾ ਡਿਫਰੈਂਸ ਆ। 50% ਦੇ ਕਰੀਬ ਹੀ ਲੇਡੀਜ਼ ਆ ਤੇ 50% ਦੇ ਕਰੀਬ ਹੀ ਜੈਂਟਸ ਆ। ਉਹ ਮੋਰਲ ਡਿਊਟੀ ਬਣਦੀ ਆ ਕਿ ਸਮਾਜ 'ਚ ਲੇਡੀਜ਼ ਨੂੰ ਅੱਗੇ ਆਉਣਾ ਚਾਹੀਦਾ। ਬਾਕੀ ਗੱਲ ਇਹ ਆ ਕਿ ਬੰਦਾ ਕੰਮ ਕਰ ਸਕਦਾ, ਲੇਡੀ ਕਿਉਂ ਨਹੀਂ ਕਰ ਸਕਦੀ? ਕਰ ਸਕਦੀ ਹੈ। ਉਹ ਸਮਾਂ ਬਦਲ ਗਿਆ ਭਾਜੀ, ਉਹ ਪਹਿਲੇ ਵਾਲੇ ਹਾਲਾਤ ਨਹੀਂ ਹੈਗੇ। ਬੰਦੇ ਦੇ ਕੰਮ ਕਰਨ ਦੀ ਖਮਤਾ ਚਾਹੀਦੀ ਆ, ਸਪਿਰਿਟ ਚਾਹੀਦੀ ਆ, ਜਨੂਨ ਚਾਹੀਦਾ, ਔਰ ਮੈਂ ਸਮਝਦਾ ਕਿ ਮੇਰੇ ਪਰਿਵਾਰ 'ਚ ਹੈਗਾ, ਔਰ ਅਸੀਂ ਕੰਮ ਕਰਨਾ। ਔਰ ਤੁਸੀਂ ਇਹਨਾਂ ਦੇ ਜਿਹੜੇ ਵਿਚਾਰ ਸੁਣੇ ਆ ਉਹ ਕਿੰਨੇ ਪੂਰੇ ਜੋਸ਼ ਨਾਲ ਭਰੇ ਹੋਏ ਨੇ। ਕਹਿ ਸਕਦੇ ਹਾਂ ਕਿ ਜਿੱਤ ਇਹਨਾਂ ਦੀ ਤਾਂ ਪੱਕੀ ਹੈਗੀ, ਕੋਈ ਪਬਲਿਕ ਦਾ ਪੂਰਾ ਪਿਆਰ ਮਿਲ ਰਿਹਾ। ਮੈਂ ਸੌਰਵ ਮਰਿਆਕ 20 ਨਿਊਜ਼ ਟੀਵੀ ਨਾਲ ਮਨਜੀਤ ਕੌਰ, ਕਪੂਰਥਲਾ, ਕਾਂਗਰਸ ਆਫਿਸ ਤੋਂ।